पराली साड़न वाले किसानों ते प्रशासन ਵੱਲੋਂ सख्त रुख अपनाया जा रहा है। संगरूर च पराली साड़न वाले 1296 किसानों ते कार्रवाई की गई है। प्रदूषण कंट्रोल बोर्ड ਵੱਲੋਂ कार्रवाई करते हुए पराली साड़न वाले किसानों की जमीन सरकारी रिकॉर्ड च रेड एंट्री कर दी गई है, जिस कारण किसानों को सबसिडी या फिर कोई होर लाभ लैण च दिक्कत आ सकती है। इस तो इलावा 38 लाख के जुर्माने किए गए ने ते नाल ही 2 किसानों ते मामले दर्ज किए गए ने। एक्शन मुताबक संगरूर च हुण तक सैटेलाइट के जरिए 8120 मामले आ चुके हैं ते किसानों ਦਾ ਜਦ ਕੀ ਕਹਿਣਾ ਹੈ ਕਿ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਹੈ ਤੇ ਉਹ ਇਸੇ ਤਰ੍ਹਾਂ ਪਰਾਲੀ ਸਾੜਦੇ ਰਹਿਣਗੇ। ਇਹ ਸਾਨੂੰ ਜੀ ਬੇਵਸੀ ਹੈਗੀ ਬਹੁਤ, ਜਵਾਕਾਂ ਨੂੰ ਬਹੁਤ ਔਖਾ ਹੋ ਜਾਂਦਾ, ਔਖੇ ਅਸੀਂ ਵੀ ਬਹੁਤ ਆਂਗੇ ਕਿਉਂ ਧੂਆਂ ਸਾਨੂੰ ਵੀ ਖਰਾਬ ਕਰਦਾ ਜੀ ਕਿਤੇ ਆਉਂਦਾ ਹੈਗਾ, ਪਰ ਮਜਬੂਰੀ ਹੈ ਸਾਡੀ ਜਿਹੜੀ ਕਰਨੀ ਪੈਂਦੀ ਹੈ। ਫਿਰ ਇਹਦਾ ਹੱਲ ਕੀ ਹੈ? ਹੱਲ ਤਾਂ ਜੀ ਇਹਦਾ ਜਿਵੇਂ ਅਸੀਂ ਕਿਹਾ ਸੀਗਾ ਗਵਰਨਮੈਂਟ ਨੂੰ, ਜਥੇਬੰਦੀ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਮੰਗ ਗਈ ਸੀ ਉਹਨਾਂ ਲਵੇ ਕਿ ਸਾਨੂੰ ਰੇਟ ਦੇਣ ਥੋੜ੍ਹਾ ਬਹੁਤਾ ਜਿਹਾ ਜਿਹਾ ਬਣਦਾ ਹੈਗਾ, ਬਾਉਂਸ ਦੇਣ ਕੋਈ, ਤਾਂ ਉਹਦੇ ਨਾਲ ਸਾਡਾ ਹੱਲ ਹੋ ਜੇ। ਅਸੀਂ ਇਹਨੂੰ ਗਾਹਾਂ ਜਿਵੇਂ ਕੋਈ ਇਕੱਠਾ ਕਰਕੇ ਲਿਜਾਂਦਾ ਜਾਂ ਆਪਦੇ ਬਾਹਣ 'ਚ ਬਿੱਘਾ ਥਾਂ ਤੋਂ ਬਿੱਘੇ ਰੱਖੂਗਾ ਅਗਲਾ, ਉੱਥੇ ਇਕੱਠੀ ਕਰ ਸਕਦਾ। ਫਿਰ ਤਾਂ ਜੁਰਮਾਨੇ ਵੀ ਵਧਾ ਦਿੱਤੇ ਕਾਫੀ। ਜੁਰਮਾਨੇ ਜੀ ਹੁਣ ਭਰੂਗਾ ਹੁਣ ਜੀ, ਫਿਰ ਸਾਡੇ ਕੋਲ ਤਾਂ ਸਹੀ ਨਹੀਂ, ਤਾਂ ਸਾਡਾ ਤਾਂ ਪਹਿਲੇ ਦਿਵਾਲਾ ਨਿਕਲਿਆ ਪਿਆ। ਤੇ ਕੀ ਕਹੋਗੇ ਇਸ ਪਰਾਲੀ ਬਾਰੇ ਤੁਸੀਂ ਸਰਕਾਰ ਨੂੰ? ਸਰਕਾਰ ਨੂੰ ਤਾਂ ਇਹੀ ਕਹਿੰਦੇ ਕਿ ਸਾਡੇ ਕੋਲ ਕੋਈ ਹੱਲ ਤਾਂ ਹੈ ਨਹੀਂ ਜੀ, ਇਹਦਾ ਹੱਲ ਤਾਂ ਗਵਰਨਮੈਂਟ ਹੀ ਕਰ ਸਕਦੀ ਹੈ। ਇਹਦਾ ਕੋਈ ਇਹਨੂੰ ਕੁਛ ਕਰੇ ਜੀ, ਝਾਕ ਕੇ ਲਿਜਾਵੇ ਚਾਹੇ ਕੁਛ ਕਰੇ ਜੀ, ਜਾਂ ਵਿੱਚ ਖਤਮ ਕਰੇ, ਜਾਂ ਵਿੱਚ ਉਹੀ ਗੱਲ ਆ ਵਿੱਚ ਖਤਮ ਕਰ ਦੇ ਚਾਹੇ ਚੱਕ ਕੇ ਲੈ ਜੇ। ਜ਼ਿਮੀਂਦਾਰ ਤਾਂ ਦਾਣੇ ਮਸਾਂ ਪਾਉਂਦਾ ਜੀ, ਦੇਖੋ ਉਹ ਵੀ ਤੁਸੀਂ ਲਾ ਲਓ, ਵਾਹਣ ਤੋਂ ਵੀ ਹਟ ਕੇ ਲੋਕ ਛਿੱਟਾ ਲਾਉਣ ਲੱਗ ਗਏ ਕਿਉਂ ਮਜਬੂਰੀ ਆ, ਤੇਲ ਮਹਿੰਗਾ ਹੋ ਗਿਆ, ਸਾਰਾ ਕੁਛ ਇਹ ਹੋ ਗਿਆ। ਸਰਕਾਰ ਤੇ ਕਹਿ ਰਹੇ ਵੀ ਸਰਕਾਰ ਕਰੇ, ਸਰਕਾਰ ਦੇਵੇ ਜੀ ਸਾਨੂੰ, ਜਿਵੇਂ ਮੰਗਿਆ ਸੀ ਸਾਨੂੰ 200 ਰੁਪਈਆ ਬਾਉਂਸ ਦਾ ਮੰਗਿਆ ਸੀ ਕਿ ਉਹ ਆਪੀ ਚੱਕ ਕੇ ਲੈ ਜਾਂਦੇ, ਉਹੀ 200 ਅਸੀਂ ਉੱਧਰ ਦੇ ਜਾ ਕਰਦੇ, ਚਲੋ ਸਾਡਾ ਹੋ ਜਾਂਦਾ। ਦੇਖੋ ਜੀ ਜੁਰਮਾਨੇ ਇਹ ਆਪਦੇ ਕਾਗਜ਼ਾਂ 'ਚ ਕਰੀ ਜਾਵੇ, ਜੇ ਜ਼ਮੀਨੀ ਪੱਧਰ ਤੇ ਜੁਰਮਾਨੇ ਕਹਿਣਗੇ ਵੀ ਭਰੋ, ਪਰ ਅਸੀਂ ਨਹੀਂ ਭਰਾਂਗੇ ਕਿਉਂਕਿ ਇਹਨਾਂ ਨੇ 4 ਕਰੋੜ ਦਾ ਆਪਣਾ 1 ਕਰੋੜ ਦਾ ਰੱਖਿਆ ਮੇਰਾ ਖਿਆਲ ਆ ਜੁਰਮਾਨਾ, 4 ਸਾਲ ਦੀ 5 ਸਾਲ ਦੀ ਕੈਦ ਰੱਖੀ ਆ। ਕਰੋੜ ਰੁਪਏ ਤਾਂ ਮਤਲਬ ਜ਼ਮੀਨ ਹੀ ਹੈ ਨਹੀਂ ਜ਼ਿਮੀਂਦਾਰ ਕੋਲ। ਅੱਜ ਤੁਸੀਂ ਦੇਖ ਲਓ 80% ਕਿਸਾਨ ਆ ਜਿਹੜਾ ਉਹ 5 ਏਕੜ ਤੋਂ ਘੱਟ ਜ਼ਮੀਨ ਵਾਲਾ ਕਿਸਾਨ ਹੈਗਾ, ਥੋੜੀ ਪੈਲੀ ਰਹਿ ਗਈ ਮਤਲਬ ਕਿਸਾਨਾਂ ਕੋਲ। ਨਹੀਂ ਪਰ ਸਰਕਾਰ ਕਹਿੰਦੀ ਤੁਸੀਂ ਹੋਰ ਮਸ਼ੀਨਾਂ ਰਾਹੀਂ ਇਹਨੂੰ ਇਕੱਠੀਆਂ ਕਰੋ, ਹੋਰ ਕਰੋ, ਇੰਤਜ਼ਾਮ ਕਰੋ। ਇਕੱਠਾ ਕਰਨਾ ਮਤਲਬ ਜਿਹੜਾ ਕਿਸਾਨ ਹੈਗਾ ਉਹਦੇ ਵਿੱਚ ਬਸ ਦੀ ਗੱਲ ਨਹੀਂ ਹੈਗੀ। ਬੜੀ ਦੂਰ ਤੱਕ ਇਹ ਖਿਲਰਿਆ ਪਿਆ ਹੁੰਦਾ ਸਮਾਨ ਇਹ ਪਰਾਲੀ ਦਾ, ਇਹ ਕਿਸਾਨ ਦੇ ਮੁਸ਼ਕਿਲ ਆ ਇਹ ਇਕੱਠੀ ਕਰਨੀ। ਸੁਪਰ ਹਾਂ ਜਿਹੜੀ ਗੱਲ ਇਹ ਆ ਨਾ, ਸੁਪਰ ਸੀਡਰ ਆ ਜਿਹੜੀ ਉਹ ਵਿੱਚ ਦਬਦੀ ਆ, ਕਿਸਾਨਾਂ ਨੇ ਉਹ ਵੀ ਅਜਮਾ ਕੇ ਦੇਖੀ ਆ। ਸੁਪਰ ਸੀਡਰ ਦਾ ਮਤਲਬ ਵੀ ਪਰਾਲੀ ਥੱਲੇ ਦੱਬ ਜਾਂਦੀ ਆ ਤੇ ਉਹਦੇ ਵਿੱਚ ਕਣਕ ਉੱਗਦੀ ਆ, ਪਰ ਉਹਦੇ ਵਿੱਚ ਜਿਹੜੀ ਸੁੰਡੀ ਪੈਦਾ ਹੋਣ ਲੱਗ ਗਈ, ਉਹ ਸੁੰਡੀ ਇਸ ਤਰ੍ਹਾਂ ਦੀ ਆ ਕਿ ਦਵਾਈ ਵੀ ਉਹ 'ਤੇ ਕੋਈ ਕੰਮ ਨਹੀਂ ਕਰਦੀ। ਇਹਦਾ ਮਸਲਾ ਇਹ ਆ, ਕਿਸਾਨਾਂ ਨੇ 200 ਰੁਪਏ ਬੋਨਸ ਮੰਗਿਆ ਸੀਗਾ ਪਰ ਕੁਆਂਟਲ ਦੇ ਉੱਪਰ, ਸਰਕਾਰ ਉਹ ਤੋਂ ਮੂੰਹ ਫੇਰ ਗਈ। ਪਰ ਇਹ ਹੋਰ ਕੋਈ ਦੂਸਰਾ ਕਿਸਾਨ ਦੇ ਕੋਲੇ ਕੋਈ ਚਾਰਾ ਨਹੀਂ ਹੈਗਾ ਅੱਗ ਲਾਉਣ ਤੋਂ ਸਿਵਾਏ, ਕਿਉਂਕਿ ਦੇਖੋ ਕਹਿੰਦੇ ਵੀ ਇਹ ਸਾਡੇ ਫੇਫੜਿਆਂ ਨੂੰ ਬਿਮਾਰ ਕਰਦਾ, ਕੈਂਸਰ ਕਰਦਾ, ਇਹ ਟਾਈਫਾਈਡ ਕਰਦਾ। ਕਿਸਾਨ ਦੇ ਬੱਚੇ ਦੇ ਵੀ ਅੰਦਰ ਜਾ ਰਿਹਾ ਇਹ ਧੂੰਆਂ ਜਿਹੜਾ, ਇਹ ਇਕੱਲਾ ਇਹ ਨਹੀਂ ਹੈਗਾ ਵੀ ਸ਼ਹਿਰ 'ਚ ਬੈਠੇ ਨੇ ਜਿਹੜੇ ਦਿੱਲੀ ਬੰਬੇ ਬੈਠੇ ਨੇ ਉਹਨਾਂ ਦੇ ਫੇਫੜਿਆਂ 'ਚ ਜਾਂਦਾ, ਕਿਸਾਨ ਦੇ ਬੱਚਿਆਂ ਦੇ ਵੀ ਅੰਦਰ ਸਾਹ ਰਾਹੀਂ ਜਾਂਦਾ, ਕਿਸਾਨ ਦੇ ਵੀ ਸਾਹ ਰਾਹੀਂ ਜਾਂਦਾ। ਪਰ ਇਹਦਾ ਹੱਲ ਕੱਢੇ ਨਾ ਸਰਕਾਰ, ਇਹਦਾ ਹੱਲ ਕੱਢੇ। ਮਤਲਬ ਤੁਹਾਡੇ ਕੋਲ ਇਹਦਾ ਕੋਈ ਹੱਲ ਨਹੀਂ? ਸਾਡੇ ਕੋਲੇ ਤਾਂ ਜੀ ਇਹਦਾ ਹੱਲ ਸਿਰਫ ਇੱਕ ਸੀਖ ਆ ਗਈ। ਅਸੀਂ ਤਾਂ ਇੱਕ ਸੀਖ ਲਾਉਣੀ ਆ ਡੱਬੀ ਦੀ, ਉਹਦੇ ਨਾਲ ਅਸੀਂ ਸਾਡਾ ਤਾਂ ਇਹ ਹੱਲ ਹੈਗਾ। ਸਾਨੂੰ ਸਜ਼ਾ ਕਰੋ, साढ़े दे पर्चे पाओ, कुछ करो, तो ये अग लावांगे। एक्चुअली हमारे पास जो है बहुत हमारा अच्छा सिस्टम बना हुआ है। हमारे पास PRSC लुधियाना का सेंटर है जो वो हमें कैप्चर करता है फायर इंसिडेंट्स को, और वो हमें एवरी डे रोज़ाना हमारे पास शाम को रिपोर्ट आ जाती है, और उसके हिसाब से हम जो रिपोर्ट है वो फायर इंसिडेंट्स हैं वो हम भेज देते हैं सभी ज़िले के ऑफिसर्स को। और आज तक जैसे आपने पूछा गया है 8120 टोटल इंसिडेंट हुए हैं संगरूर डिस्ट्रिक्ट में, और इसमें से हम 1296 के ऊपर जो कार्रवाई कर चुके हैं। लाल लकीर की जो है वो एंट्री हो चुकी है उनके रिकॉर्ड में, और तकरीबन 32 लाख जो एनवायरनमेंट कंपनसेशन है वो इम्पोज कर दी है हमने। इसके अलावा हमने 2 प्रोसिक्यूशंस भी करी हैं किसानों के ऊपर एयर एक्ट 1981 के तहत। अभी तक 2 किसानों पर ही मामला दर्ज करवाया? हाँ, 2 के ऊपर कराया, बाकी की अभी कार्रवाई जो चल रही है वो हम आने वाले टाइम में जो भी हमारे को फाइनल होएगा, क्योंकि इसमें थोड़ा सा प्रोसीजर है
हमें केस तैयार करना पड़ता है और हमें अपने अथॉरिटी को भेजना पड़ता है अप्रूवल के लिए। जैसे ही वो हो जाता है वो आने वाले टाइम में आगे भी करी जाएंगी। सर जैसे आप बता रहे हो कि अभी तक सिर्फ 2 लोगों के खिलाफ ही मामला दर्ज करवाया गया, क्या इसमें को मामले कम नहीं लग रहे कि दर्ज करवाने नहीं, इसमें आप देखो 1296 के अगेंस्ट हमने ऑलरेडी लाल लकीर है, जो हमारे फील्ड स्टाफ है, रेवेन्यू ऑफिसर्स हैं, उन्होंने लाल लकीर की एंट्री कर दी है। देखो पुनिटिव एक्शन तो एक ही होता है ना, जहाँ जुर्माना होता है, जहाँ लाल लकीर में एंट्री होती है, जहाँ प्रोसिक्यूशन होता है। कार्रवाई चल रही है, डिफरेंट तरह की कार्रवाई है। जैसे ऑफिसर सर गांव में जाते हैं, उनको भी वहाँ पे घेराबंदी कर ली जाती है, क्या उनके खिलाफ भी कुछ मामला दर्ज करवाया गया? नहीं, ऐसा कोई हमारे ध्यान में नहीं है कुछ, कोई हमें कोई ऐसी कोई दिक्कत नहीं आई संगरूर डिस्ट्रिक्ट में। हमारे ऑफिसर्स को ऐसा पंजाब पोल्यूशन कंट्रोल बोर्ड के अभी तक कोई ऐसा मामला सामने नहीं आया। सर अक्सर देखने को मिलता है कि कार जुर्माना तो हो जाता है लेकिन उसकी रिकवरी नहीं हो पाती, तो इसकी रिकवरी के लिए कैसे आप क्या उनको नोटिस भेजते हैं या कैसे करते हैं रिकवरी? देखो कंटिन्यूस प्रोसेस है रिकवरी। अगर हमारे पिछले रिकॉर्ड को देखो और लोग पैसा जमा करवा रहे हैं, ठीक है, सभी लोगों ने नहीं करवाया, कंटिन्यूस है, अभी धीरे धीरे हो रहा है, लोगों को अवेयरनेस हो रही है, पैसा जमा करवा रहे हैं वो, कई लोग साथ के साथ करवा देते हैं, तो ये कंटिन्यूस प्रोसेस है। सर कई किसानों को ये नहीं पता कि जैसे जो रेड लाइन हो उनकी ज़मीन आ जाती है, उनको क्या लॉस होता है? देखो ये रेवेन्यू रिकॉर्ड का मामला है, जो पंजाब पोल्यूशन कंट्रोल बोर्ड तो पोल्यूशन के रिलेटेड ही कमेंट कर सकता है। वो आप रेवेन्यू डिपार्टमेंट से पूछ सकते हो कि लाल लकीर की एंट्री होगी तो उनका क्या नुकसान होगा किसी भी जिम्मेदार का। ਚਾਹੇ ਸਰਕਾਰ ਅੱਗ ਲਗਾਉਣ ਲਈ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੀ ਹੈ, ਪਰ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੀ ਜਗ੍ਹਾ ਤੇ ਸਹੀ ਨੇ, ਕਿਉਂਕਿ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਕਿਸਾਨ ਪਰਾਲੀ ਨੂੰ ਲੈ ਕੇ ਜਾਵੇ ਕਿੱਥੇ। ਜੇਕਰ ਸਰਕਾਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਤਾਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਧਣਗੀਆਂ, ਘਟਣਗੀਆਂ ਨਹੀਂ। ਸੰਗਰੂਰ ਤੋਂ ਸੁੱਖਾ ਖੇੜੀਵਾਲਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।